ਸਤਿ ਸ੍ਰੀ ਅਕਾਲ। ਸੁਣਨ ਵਾਲੇ ਭੈਣ ਭਰਾਵਾਂ ਨੂੰ ਮੇਰੀ ਬਹੁਤ ਬਹੁਤ ਯਾਦ। ਔਰ ਮੇਰਾ ਮੈਂ ਕੁਝ ਵਿਚਾਰ ਇਹ ਦੇ ਰਿਹਾ ਹਾਂ ਕਿ ਜਿਹੜੀ ਸਭ ਤੋਂ ਵੱਡੀ ਬਿਮਾਰੀ ਆਪਾਂ ਨੂੰ ਆ ਰਹੀ ਹੈ, ਜਿਨ੍ਹਾਂ ਨੂੰ ਦੇਖ ਕੇ ਵੱਡੇ ਵੱਡੇ ਡਾਕਟਰ, ਏਮਸ ਦੇ ਕਾਰਡੀਓਲੋਜਿਸਟ ਔਰ ਹਸਪੀਟਲਾਂ ਦੇ ਉਹ ਸਰਜਨ ਹੈਰਾਨ ਹੁੰਦੇ ਹਨ ਕਿ ਇੰਨੀ ਉਮਰ ਦੇ ਵਿੱਚ 25 ਤੋਂ 30 ਸਾਲ ਦੇ ਵਿੱਚ ਵੀ ਹਾਰਟ ਅਟੈਕ, ਔਰ ਜਨਮ ਤੋਂ ਹੀ ਲੈ ਕੇ ਬਾਲਕ ਬੰਦ ਹੋਣੇ ਸ਼ੁਰੂ ਹੋ ਜਾਂਦੇ ਹਨ, ਉਹਨਾਂ ਦੇ ਸੁਰਾਖ ਹੋ ਜਾਂਦਾ ਹੈ। ਤਾਂ ਇਹਨਾਂ ਚੀਜ਼ਾਂ ਨੂੰ ਦੇਖ ਕਰਕੇ ਕੁਝ ਵੰਡਰ ਲੱਗਦਾ ਹੈ ਕਿ ਜੋ ਪਹਿਲਾਂ ਬਿਲਕੁਲ ਹੀ ਨਹੀਂ ਸੀ ਉਹ ਇਸ ਟਾਈਮ ਵੱਧ ਰਿਹਾ ਹੈ। ਆਓ ਆਪਾਂ ਆਪਣੇ ਹਿਰਦੇ ਦੀ ਬਣਾਵਟ ਨੂੰ ਸਮਝੀਏ। ਇਹ 9 ਤੋਂ 10 ਅੰਸ਼ ਦਾ ਇੱਕ ਆਰਗਨ, ਜਿਹੜਾ ਖੱਬੇ ਪਾਸੇ ਛਾਤੀ ਦੇ ਵਿੱਚ, ਜੇ ਤੁਸੀਂ ਮੁੱਠੀ ਰੱਖਦੇ ਹੋ, ਅੰਗੂਠੇ ਨੂੰ ਖੜਾ ਕਰਦੇ ਹੋ, ਤਾਂ ਉਹ ਤੁਹਾਨੂੰ ਬਿਲਕੁਲ ਉਸੇ ਹੀ ਸ਼ਕਲ ਦਾ ਹਾਰਟ ਮਿਲੇਗਾ। ਇੱਕ ਨਾਲੀ ਉੱਪਰ ਜਾ ਰਹੀ ਹੈ ਮੋਟੀ, ਔਰ ਬਾਕੀ ਨਾਲੀਆਂ ਆਪਣੇ ਸਰੀਰ ਵਿੱਚ ਜਾ ਰਹੀਆਂ। ਔਰ ਇਹ ਇੱਕ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ 1 ਲੱਖ ਵਾਰੀ ਧੜਕਦਾ ਹੈ। ਔਰ ਇਸ ਦੇ ਅੰਦਰ ਜਿਹੜਾ ਖੂਨ ਹੈ, ਜਿੰਨੇ ਲੀਟਰ ਖੂਨ ਹੈ, ਉਹ ਲੀਟਰ ਦਾ 7000 ਲੀਟਰ ਦਾ ਇਹ ਸਰਕੂਲੇਸ਼ਨ 24 ਘੰਟੇ ਵਿੱਚ ਕਰਦਾ ਹੀ ਰਹਿੰਦਾ ਹੈ। ਕਿਉਂ ਕਰਦਾ ਰਹਿੰਦਾ ਹੈ, ਇਹ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਕਿਉਂਕਿ ਜਿਹੜੇ ਬਾਹਰ ਦੇ ਵਾਤਾਵਰਣ ਦੇ ਅੰਦਰ ਆਕਸੀਜਨ ਹੈ, ਔਰ ਆਪਾਂ ਸਾਹ ਲੈਂਦੇ ਹਾਂ, ਜਦੋਂ ਆਪਾਂ ਸਾਹ ਲੈਂਦੇ ਹਾਂ ਆਪਣੇ ਫੇਫੜਿਆਂ ਦੇ ਵਿੱਚ ਕਾਰਬਨ ਡਾਈਆਕਸਾਈਡ ਜਮ੍ਹਾਂ ਹੋ ਜਾਂਦੀ ਹੈ। ਆਪਾਂ 3 ਮਿੰਟ ਤੋਂ ਜ਼ਿਆਦਾ ਸਾਹ ਨੂੰ ਰੋਕ ਨਹੀਂ ਸਕਦੇ। 3 ਮਿੰਟ ਵੀ ਬਹੁਤ ਵੱਡੇ ਹਨ, 1-2 ਮਿੰਟ ਵੀ ਰੋਕਣਾ ਬਹੁਤ ਮੁਸ਼ਕਿਲ ਹੁੰਦਾ ਹੈ। ਤੇ ਇਸ ਤਰ੍ਹਾਂ ਹੀ ਸਾਡੇ ਸਰੀਰ ਦੇ ਛੋਟੇ ਛੋਟੇ ਸੈੱਲ, ਜੋ ਟ੍ਰਿਲੀਅਨਸ ਦੀ ਗਿਣਤੀ ਵਿੱਚ ਹਨ, ਔਰ ਬ੍ਰੇਨ ਦੇ ਸੈੱਲ ਜੋ ਕਿ ਬਿਲੀਅਨਸ ਦੀ ਗਿਣਤੀ ਵਿੱਚ ਹਨ, ਉਹਨਾਂ ਨੂੰ ਵੀ ਸਾਹ ਲੈਣਾ ਪੈਂਦਾ ਹੈ। ਤਾਂ ਉਹ ਜਦੋਂ ਸਾਹ ਲੈਂਦੇ ਹਨ ਤਾਂ ਉਹਨਾਂ ਦੇ ਅੰਦਰੋਂ ਵੀ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਤਾਂ ਇਹ ਜਿਹੜਾ ਬਲੱਡ ਹੈ, ਇਹ ਸਰਕੂਲੇਸ਼ਨ ਕਰਦਾ ਹੈ। ਇਹ ਕੀ ਕਰਦਾ ਹੈ, ਬਾਹਰ ਤੋਂ ਇੱਕ ਸਰਕੂਲੇਸ਼ਨ ਹੈ, ਜਿਹਨੂੰ ਅਸੀਂ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਖੂਨ ਕਹਿੰਦੇ ਹਾਂ, ਜੋ ਨੀਲੇ ਰੰਗ ਦੇ ਵਿੱਚ ਹੁੰਦਾ ਹੈ, ਉਹਨੂੰ ਅਸੀਂ ਵੇਨਸ ਕਹਿੰਦੇ ਹਾਂ। ਹੈ ਉਹ ਵੀ ਖੂਨ ਦੀਆਂ ਨਾਲੀਆਂ, ਪਰ ਉਹ ਖੂਨ ਦੀਆਂ ਨਾਲੀਆਂ ਉੱਧਰੋਂ ਬ੍ਰੇਨ ਤੋਂ, ਇੱਧਰ ਪੈਰਾਂ ਤੋਂ ਲੈ ਕੇ ਇਹ ਸਾਰੀਆਂ ਹਾਰਟ ਵੱਲ ਨੂੰ ਜਾ ਰਹੀਆਂ ਹਨ। ਔਰ ਇਹ ਕੀ ਲੈ ਕੇ ਜਾ ਰਹੀਆਂ ਹਨ, ਇਹ ਆਕਸੀਜਨ ਲੈ ਕੇ ਜਾ ਰਹੀਆਂ ਹਨ। ਔਰ ਆਕਸੀਜਨ ਦੇ ਨਾਲ ਅੰਦਰੋਂ ਹਾਰਟ ਦੇ ਵਿੱਚੋਂ ਇਹ ਨਾਲੀਆਂ ਫਿਰ ਆਪਣੇ ਫੇਫੜਿਆਂ ਦੇ ਵਿੱਚ ਚਲੀਆਂ ਜਾਂਦੀਆਂ ਹਨ। ਜਿਹੜੇ ਫੇਫੜੇ ਹੈ, ਜਦੋਂ ਆਪਾਂ ਸਾਹ ਲੈਂਦੇ ਹਾਂ, ਉੱਥੇ ਇਹਨਾਂ ਦਾ ਇੰਟਰਚੇਂਜ ਹੁੰਦਾ ਹੈ। ਇੰਟਰਚੇਂਜ ਮਾਨਾ ਜਿਹੜਾ ਖੂਨ ਹੈ ਉਹ ਅੱਛਾ ਖੂਨ ਤੇ ਕਾਰਬਨ ਡਾਈਆਕਸਾਈਡ ਵਾਲਾ ਖੂਨ, ਇਹਨਾਂ ਦਾ ਇੰਟਰਚੇਂਜ ਹੁੰਦਾ ਹੈ ਆਪਸ ਵਿੱਚ ਹੀ ਬਦਲੀ। ਉਹ ਆਕਸੀਜਨ ਲੈ ਲੈਂਦੀਆਂ ਹਨ ਤੇ ਕਾਰਬਨ ਡਾਈਆਕਸਾਈਡ ਨੂੰ ਦੇ ਦਿੰਦੀਆਂ ਹਨ। ਤਾਂ ਇਸ ਵਾਸਤੇ ਇਹ ਚੀਜ਼ ਹੈ, ਤਾਂ ਇਹ ਸਰਕੂਲੇਸ਼ਨ ਚੱਲਦਾ ਹੀ ਰਹਿੰਦਾ ਹੈ। ਜੇ ਇਹਨਾਂ ਸਾਰੇ ਸਰੀਰ ਦੀਆਂ ਨਾਲੀਆਂ ਨੂੰ ਮੈਜ਼ਰਮੈਂਟ ਕੀਤਾ ਜਾਵੇ ਤਾਂ ਡਾਕਟਰਾਂ ਨੇ ਦੱਸਿਆ ਕਿ ਇਹ 70,000 ਕਿਲੋਮੀਟਰ ਦੇ ਲਗਭਗ ਹਨ, ਕਿਉਂਕਿ ਇਹ ਨਾਲੀਆਂ ਦਾ ਜਾਲ ਪੂਰੇ ਸਰੀਰ ਦੇ ਵਿੱਚ ਵਿਛਿਆ ਹੋਇਆ ਹੈ। ਤਾਂ ਇਸ ਤਰ੍ਹਾਂ ਹੀ ਇਹ ਚੀਜ਼ ਹੈ ਕਿ ਅਸੀਂ ਹਾਰਟ ਨੂੰ, ਖਾਸ ਕਰਕੇ ਹਾਰਟ ਦਾ ਬ੍ਰੇਨ ਨਾਲ ਬਹੁਤ ਵੱਡਾ ਕਨੈਕਸ਼ਨ ਹੈ। ਇਹ ਮੈਂ ਪਹਿਲਾਂ ਵੀ ਦੱਸਿਆ ਕਿ ਜੇ ਅਸੀਂ ਹਾਰਟ ਦੀ ਬਿਮਾਰੀ ਨੂੰ ਹੀਲ ਕਰਨਾ ਹੈ, ਹੀਲ ਮਾਨਾ ਅਸੀਂ ਕਿਸੇ ਵੀ ਡੈਮੇਜ ਹੋਏ ਹਿੱਸੇ ਨੂੰ ਦੁਬਾਰਾ ਤੋਂ ਫਿਰ ਮਜ਼ਬੂਤ ਕਰਨਾ ਹੈ, ਤਾਂ ਉਹਦੇ ਵਿੱਚ ਸਾਨੂੰ ਮਾਈਂਡ ਦੇ ਉੱਤੇ, ਜੋ ਕਿ ਸਾਡੇ ਬ੍ਰੇਨ ਦੇ ਅੰਦਰ ਹੈ, ਹੀਲਿੰਗ ਆਫ ਹੈਡ ਐਂਡ ਹੀਲਿੰਗ ਆਫ ਹਾਰਟ,
ਇਹ ਦੋਨੋਂ ਚੀਜ਼ਾਂ ਦਾ ਕਨੈਕਸ਼ਨ ਹੈ। ਹੁਣ ਆਪਾਂ ਹੀਲ ਕਰਨਾ ਹੈ ਤਾਂ ਆਪਾਂ ਇੱਕ ਅੱਛੇ ਵਿਚਾਰਾਂ ਨੂੰ ਕ੍ਰੀਏਟ ਕਰੀਏ, ਕਿਉਂਕਿ ਆਪਾਂ ਵਿਚਾਰਾਂ ਦੇ ਰਚਤਾ ਹਾਂ ਕਿ ਆਤਮਾ ਜੋ ਸ਼ਕਤੀਸ਼ਾਲੀ ਹੈ ਉਹਦੇ ਅੰਦਰ ਸਾਰੀਆਂ ਸ਼ਕਤੀਆਂ ਹਨ। ਉਹ ਕਿਹੜੀਆਂ ਸ਼ਕਤੀਆਂ? ਉਹਦੇ ਅੰਦਰ ਪਰਖਣ ਦੀ ਸ਼ਕਤੀ ਵੀ, ਨਿਰਣੇ ਕਰਨ ਦੀ ਸ਼ਕਤੀ ਵੀ, ਬਰਦਾਸ਼ਤ ਕਰਨ ਦੀ ਸ਼ਕਤੀ, ਜਿਹਨੂੰ ਅਸੀਂ ਟੋਲਰੈਂਸ ਪਾਵਰ ਕਹਿੰਦੇ ਹਾਂ, ਇਹ ਸਾਰੀਆਂ ਸ਼ਕਤੀਆਂ ਸਾਡੇ ਅੰਦਰ ਹੋਣ ਤਾਂ ਆਤਮਾ ਸ਼ਕਤੀਸ਼ਾਲੀ ਹੋਵੇ ਤਾਂ ਮਨ ਨੂੰ ਕੰਟਰੋਲ ਕਰਨਾ ਬੜਾ ਆਸਾਨ ਹੋ ਜਾਂਦਾ ਹੈ। ਜਿਹੜਾ ਭਟਕਦਾ ਹੋਇਆ ਮਨ ਹੈ ਉਹ ਅੰਦਰ ਆ ਜਾਂਦਾ ਹੈ। ਮੈਂ ਕੁਝ ਗੱਲਾਂ ਮੈਡੀਟੇਸ਼ਨ ਦੇ ਵਿੱਚ ਦੱਸ ਚੁੱਕਿਆ ਹਾਂ ਇਸ ਤੋਂ ਪਹਿਲਾਂ, ਤਾਂ ਤੁਸੀਂ ਸੁਣੀਆਂ ਹੋਣਗੀਆਂ, ਨਹੀਂ ਤਾਂ ਮੈਂ ਰਿਵਾਈਜ਼ ਵੀ ਕਰਾਂਗਾ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਵਿਚਾਰ, ਇਹਨੂੰ ਅਸੀਂ ਐਲੀਵੇਟਡ ਵਿਚਾਰ ਕਹਿੰਦੇ ਹਾਂ, ਐਲੀਵੇਟਡ ਥਾਟ, ਜਿਹਨੂੰ ਅਸੀਂ ਸੁਪਰਾ ਕੌਨਸ਼ੀਅਸ ਮਾਈਂਡ ਤੋਂ ਕ੍ਰੀਏਟ ਕੀਤਾ ਹੋਇਆ ਵਿਚਾਰ ਕਹਿੰਦੇ ਹਾਂ। ਕਿਉਂਕਿ ਤੀਜੀ ਸਟੇਜ ਮੰਨਦੀ ਹੈ, ਚੌਥੀ ਸਟੇਜ ਮੰਨਦੀ ਹੈ ਸੁਪਰਾ ਕੌਨਸ਼ੀਅਸ ਮਾਈਂਡ। ਸੁਪਰਾ ਕੌਨਸ਼ੀਅਸ ਮਾਈਂਡ ਦੇ ਵਿੱਚੋਂ ਜਿਹੜਾ ਵਿਚਾਰ ਨਿਕਲਦਾ ਹੈ ਉਹ ਤੁਹਾਡੀ ਕੀਤੀ ਹੋਈ ਸਾਧਨਾ ਜਾਂ ਕੀਤਾ ਹੋਇਆ ਮੈਡੀਟੇਸ਼ਨ। ਕਿਉਂਕਿ ਮੈਂ ਇਸ ਤੋਂ ਪਹਿਲਾਂ ਦੱਸ ਚੁੱਕਿਆ ਹਾਂ, ਮੈਡੀਟੇਸ਼ਨ ਦਾ ਅਰਥ ਹੀ ਹੈ ਜੋੜਨਾ, ਕਮਿਊਨੀਅਨ ਆਫ ਸੋਲ ਵਿਦ ਦਾ ਸੁਪਰੀਮ ਸੋਲ। ਆਤਮਾ ਦਾ ਪਰਮਾਤਮਾ ਦੇ ਨਾਲ ਮਨ ਨੂੰ ਜੋੜਨਾ, ਇਕਾਗਰ ਬਣਨਾ, ਅੰਤਰਮੁਖੀ ਬਣਨਾ, ਔਰ ਇਹ ਵਿਚਾਰ ਨੂੰ ਅਸੀਂ ਕਹਿੰਦੇ ਹਾਂ ਐਲੀਵੇਟਡ। ਐਲੀਵੇਟਡ ਕੀ ਹੁੰਦਾ ਹੈ ਕਿ ਧਰਤੀ ਤੋਂ ਉੱਠੇ ਹੋਏ ਵਿਚਾਰ, ਇਹ ਦੇਹ ਦੀ ਦੁਨੀਆ ਤੋਂ ਉੱਠੇ ਹੋਏ ਵਿਚਾਰ, ਕਿ ਦੇਹ ਤੋਂ ਪਰੇ। ਆਪਾਂ ਕੁਛ ਅਗਰ ਗੱਲਾਂ ਸ਼ਾਸਤਰਾਂ ਵੱਲ ਜਾਈਏ ਤਾਂ ਗੀਤਾ ਵਿੱਚ ਇਹ ਦੱਸਿਆ ਗਿਆ ਕਿ ਅਰਜੁਨ, ਇਹ ਤਾਂ ਸਭ ਦੇਹਧਾਰੀ ਹਨ, ਦੇਹ ਵਿਨਾਸ਼ੀ ਹੈ, ਤੂੰ ਵੀ ਇਹ ਦੇਹ ਨਹੀਂ ਹੈ, ਤੂੰ ਵੀ ਕੌਣ ਹੈ? ਤੂੰ ਚੇਤਨ ਸ਼ਕਤੀ ਹੈ। ਉਹਨੂੰ ਵੀ ਆਤਮਾ, ਬਾਰ ਉਹਨੂੰ ਰਿਮਾਈਂਡ ਕਰਾਇਆ ਗਿਆ, ਅਰਜਨ ਨੂੰ ਰਿਮਾਈਂਡ ਕਰਾਇਆ ਗਿਆ। ਅੱਜ ਵੀ ਆਪਾਂ ਜਾਣਦੇ ਹਾਂ ਅਰਜਨ ਜੈਸਾ ਬਲੀ ਨਾ ਕੋਈ, ਕਿ ਅਰਜਨ ਵਰਗਾ ਕੋਈ ਬਲੀ ਨਹੀਂ ਹੈ। ਅੱਜ ਅਰਜਨ ਨੇ ਕਿਹੜਾ ਬਲ ਪ੍ਰਯੋਗ ਕੀਤਾ? ਉਹਨੇ ਕੀ ਹਿੰਸਾ ਕੀਤੀ? ਪਰ ਨਹੀਂ, ਉਸ ਨੇ ਪਰਮਾਤਮਾ ਤੋਂ ਉਹ ਸ਼ਕਤੀ ਲੈ ਕਰਕੇ, ਇੱਕੋ ਹੀ ਗੱਲ ਹੈ ਕਿ ਉਹਨੂੰ ਪੁੱਛਿਆ ਗਿਆ ਕਿ ਤੂੰ ਕੀ ਦੇਖ ਰਿਹਾ ਹੈ? ਤੈਨੂੰ ਮਛਲੀ ਨਜ਼ਰ ਆਉਂਦੀ ਹੈ? ਉਹ ਕਹਿੰਦਾ ਨਹੀਂ, ਮੈਨੂੰ ਮਛਲੀ ਦੀ ਅੱਖ ਨਜ਼ਰ ਆਉਂਦੀ ਹੈ। ਜੇ ਸਾਡੀ ਇਕਾਗਰਤਾ ਹੈ, ਪਹਿਲਾਂ ਤਾਂ ਆਪਾਂ ਗੋਲ ਫਿਕਸ ਕਰ ਲਈਏ ਕਿ ਆਪਾਂ ਬਣਨਾ ਕੀ ਚਾਹੁੰਦੇ ਹਾਂ। ਕੀ ਆਪਾਂ ਡਾਕਟਰ ਬਣਨਾ ਚਾਹੁੰਦੇ ਹਾਂ? ਕੀ ਆਪਾਂ ਵਕੀਲ ਬਣਨਾ ਚਾਹੁੰਦੇ ਹਾਂ? ਕੀ ਆਪਾਂ ਇੰਜੀਨੀਅਰ ਬਣਨਾ ਚਾਹੁੰਦੇ ਹਾਂ? ਜਾਂ ਆਪਾਂ ਦੇਵੀ ਦੇਵਤਾ ਦੇ ਸਮਾਨ ਅੱਛੇ ਗੁਣਾਂ ਨੂੰ ਧਾਰਨ ਕਰਕੇ ਆਪਾਂ ਮਾਨੁਸ਼ ਤੋਂ ਦੇਵ ਜੈਸੀ ਆਪਾਂ ਡਿਗਰੀ ਹਾਸਲ ਕਰਨਾ ਚਾਹੁੰਦੇ ਹਾਂ, ਤਾਂ ਫਿਰ ਸਾਨੂੰ ਫੋਕਸ ਦੇਣਾ ਪਏਗਾ ਅੰਦਰ ਦੇ ਅੰਦਰ। ਤਾਂ ਉਹ ਵਿਚਾਰ ਕੀ ਕਰਨਗੇ? ਉਹ ਅੰਦਰ ਜਾਣਗੇ। ਔਰ ਇਹ ਗਰੰਟਡ ਹੋ ਚੁੱਕਿਆ ਹੈ ਕਿ ਮੈਡੀਸਨ ਤਾਂ ਹਾਰਟ ਦੀ ਲੈਣੀ ਚਾਹੀਦੀ ਹੈ, ਕਾਰਡੀਓਲੋਜਿਸਟ ਨੂੰ ਦਿਖਾਓ, ਪਰ ਆਪਰੇਸ਼ਨ ਤੋਂ ਬਚੋ। ਕਾਰਨ ਇਹ ਹੈ, ਅੱਜ ਵੀ ਮੈਂ ਕਈ ਡਾਕਟਰਾਂ ਦੇ ਵਿਚਾਰ ਸੁਣ ਰਿਹਾ ਹਾਂ, ਉਹ ਖਾਸ ਕਰਕੇ ਕਹਿੰਦੇ ਹਨ ਕਿ ਡਾਈਟ ਦੇ ਉੱਤੇ ਕੰਟਰੋਲ ਕਰੋ, ਔਰ ਰੋਜ਼ ਦੱਸ ਰਹੇ ਹਨ। ਅੱਜ ਕੱਲ੍ਹ ਨੈੱਟ ਦੇ ਵਿੱਚੋਂ ਅਸੀਂ ਕੱਢ ਕੇ ਉਹਨਾਂ ਵਿਚਾਰਾਂ ਨੂੰ ਸੁਣ ਸਕਦੇ ਹਾਂ। ਔਰ ਦੂਸਰੀ ਗੱਲ ਇਹ ਹੈ ਕਿ ਆਪਣੇ ਵਿਵਹਾਰ ਨੂੰ ਸ਼ੁੱਧ ਰੱਖੋ, ਪੋਜ਼ਿਟਿਵ। ਔਰ ਤੀਸਰੀ ਗੱਲ ਹੈ ਕਿ ਉਹਨਾਂ ਨੇ ਜੋ ਦੱਸਿਆ ਕਿ ਇਨ ਐਕਟੀਵਿਟੀਜ਼, ਕਿ ਜੋ ਅਸੀਂ ਕਸਰਤ ਨਹੀਂ ਕਰਦੇ ਹਾਂ ਉਹ ਸਾਡੇ ਲਈ ਹਾਰਟ ਅਟੈਕ ਦਾ ਕਾਰਨ ਬਣਦੀ। ਕਮ ਸੇ ਕਮ ਉਮਰ ਦੇ ਲਿਹਾਜ਼ ਨਾਲ ਕਮ ਸੇ ਕਮ 8-10 ਕਿਲੋਮੀਟਰ ਤੇਜ਼ ਚੱਲਣਾ, ਔਰ ਵੱਡੀ ਉਮਰ ਦੇ ਲੋਕ ਵੀ ਅਗਰ ਉਹ 2-4 ਕਿਲੋਮੀਟਰ ਵੀ ਅੱਛਾ ਚੱਲਦੇ ਹਨ ਤੇਜ਼, ਤਾਂ ਵੀ ਉਹਨਾਂ ਦੇ ਹਾਰਟ ਦਾ ਸਰਕੂਲੇਸ਼ਨ ਚੱਲਦਾ ਰਹਿੰਦਾ ਹੈ। ਇਸ ਵਾਸਤੇ ਇਹ ਚੀਜ਼ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਚੈੱਕ ਵੀ ਕਰਨਾ ਹੋਵੇ, ਤੁਸੀਂ ਦੂਸਰੀ ਮੰਜ਼ਲ ਦੀਆਂ ਪੌੜੀਆਂ ਚੜ੍ਹ ਜਾਓ। ਜੇ ਤੁਹਾਡਾ ਸਾਹ ਨਹੀਂ ਚੜ੍ਹਿਆ, ਇਹਦਾ ਮਤਲਬ ਇਹ ਹੈ ਕਿ ਤੁਹਾਡੀ TMT, ਤੁਹਾਡਾ ਹਾਰਟ ਅਜੇ ਤੱਕ ਹੈਲਦੀ ਹੈ। ਪਰ ਕਈ ਮਰੀਜ਼ ਮੇਰੇ ਪਾਸ ਆਉਂਦੇ ਹਨ,
ਉਹ ਕਹਿੰਦੇ ਹਨ ਜਦੋਂ ਹੀ ਅਸੀਂ ਤੇਜ਼ ਚੱਲਦੇ ਹਾਂ ਉਦੋਂ ਹੀ ਸਾਨੂੰ ਛਾਤੀ ਦੇ ਵਿੱਚ ਭਾਰੀਪਣ ਆਉਣਾ ਸ਼ੁਰੂ ਹੋ ਜਾਂਦਾ ਹੈ। ਮਤਲਬ ਕਹਿਣ ਦਾ ਇਹ ਹੈ ਕਿ ਨਾਲੀਆਂ ਬਲੌਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਹੀ ਇਹ ਚੀਜ਼ ਹੈ ਕਿ ਉਹਨਾਂ ਨਾਲੀਆਂ ਵਿੱਚ ਜੰਮਿਆ ਹੋਇਆ ਕੋਲੇਸਟ੍ਰੋਲ ਮੈਡੀਸਨ ਲੈਂਦੇ ਹੋਏ ਘੱਟ ਕਰਨ ਦੀ ਸਾਥ ਸਾਥ ਔਰ ਐਰੋਬਿਕ ਐਕਸਰਸਾਈਜ਼ ਮਾਈਲਡ ਐਕਸਰਸਾਈਜ਼ ਕਰਨੀ ਜ਼ਰੂਰੀ ਹੈ। ਉਹਦੇ ਵਿੱਚ ਤੁਸੀਂ ਯੋਗਾ ਵੀ ਕਰ ਸਕਦੇ ਹੋ, ਪਤੰਜਲੀ ਯੋਗਾ ਵੀ ਕਰ ਸਕਦੇ ਹੋ। ਉਹਦੇ ਵਿੱਚ ਤੁਸੀਂ ਮਤਲਬ ਕਹਿਣ ਦਾ ਕਪਾਲਭਾਤੀ ਵੀ ਕਰ ਸਕਦੇ ਹੋ। ਜੇ ਹਾਰਟ ਦੀ ਬਿਮਾਰੀ ਆਲਰੇਡੀ ਹੈ ਤਾਂ ਉਹਨਾਂ ਨੂੰ ਮਨਾ ਵੀ ਕੀਤਾ ਜਾਂਦਾ ਹੈ ਇਸ ਚੀਜ਼ ਤੋਂ। ਤਾਂ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਹਰ ਅੰਗ ਦੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ। ਔਰ ਦੂਜੀ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਕਿ ਡਾਇਬਟੀਜ਼ ਵੀ ਹਾਰਟ ਡਿਜ਼ੀਜ਼ ਦਾ ਸਭ ਤੋਂ ਵੱਡੀ ਪ੍ਰੋਬਲਮ ਬਣਦੀ ਹੈ। ਹਾਰਟ ਦੀ ਹੀ ਨਹੀਂ ਬਣਦੀ ਹੈ ਬਲਕਿ ਸਾਡੇ ਜਿਹੜੇ ਹੈ ਕਿਡਨੀ ਹੈ ਔਰ ਜੋ ਕਿਡਨੀ ਹੈ ਇਹ ਦੋਨਾਂ ਨੂੰ ਡੈਮੇਜ ਕਰ ਦਿੰਦੀ ਹੈ। ਇਸ ਤਰ੍ਹਾਂ ਹੀ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਆਪਾਂ ਸੋਚਣਾ ਹੈ ਕਿ ਕਿੰਨੀਆਂ ਬਿਮਾਰੀਆਂ ਤੋਂ ਆਪਾਂ ਬਚ ਸਕਦੇ ਹਾਂ। ਐਕਸਰਸਾਈਜ਼ ਕਰਨ ਦੇ ਨਾਲ ਡਾਇਬਟੀਜ਼ ਘੱਟ ਹੋ ਜਾਂਦੀ ਹੈ। 50% ਮੈਡੀਸਨ ਔਰ 50% ਤੁਹਾਡਾ ਐਕਸਰਸਾਈਜ਼। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਅੰਦਰ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਆਪਣਾ ਵਿਚਾਰ ਨੂੰ ਪੋਜ਼ਿਟਿਵ ਵੀ ਕਰਨਾ ਹੈ ਔਰ ਅੰਦਰ ਦੀ ਜਿਹੜੀ ਹੈਲਥ ਹੈ ਜਿਹਨੂੰ ਅਸੀਂ ਸਪਿਰਿਚੁਅਲ ਹੈਲਥ ਕਹਿ ਦਿੰਦੇ ਹਾਂ, ਇਹ ਉਹੀ ਹੈ ਕਿ ਆਪਣੇ ਵਿਚਾਰਾਂ ਨੂੰ ਆਪਣੇ ਡਿਵਾਈਨ ਬਣਾਓ। ਡਿਵਾਈਨ ਦਾ ਮਤਲਬ ਹੈ ਦਿव्य ਬਣਾਓ ਔਰ ਔਰੇ ਨੂੰ ਸਟਰੋਂਗ ਕਰੋ। ਔਰ ਦੂਸਰੀ ਬਿਮਾਰੀ ਪਹਿਲਾਂ ਕਦੇ ਸਰੀਰ 'ਚ ਵਿੱਚ ਨਹੀਂ ਆਈ, ਪਹਿਲਾਂ ਮਨ 'ਚ ਆਈ। ਮਨ ਦੀ ਅੰਤਰਤਹਿ ਦੇ ਵਿੱਚ ਚਲੀ ਗਈ। ਜਦੋਂ ਸਬਕੌਨਸ਼ੀਅਸ ਦੇ ਵਿੱਚ ਗਈ ਤਾਂ ਤਣਾਅ ਇੰਨਾ ਵੱਧ ਗਿਆ, ਨਹੀਂ ਕੰਟਰੋਲ ਹੋਇਆ। ਜਦੋਂ ਇਹ ਬਿਮਾਰੀ ਉਸ ਨੂੰ ਪਾਸ ਕਰਕੇ ਸਾਡੇ ਬਾਡੀ ਦੇ ਹਿੱਸਿਆਂ ਵਿੱਚ ਚਲੀ ਗਈ ਤਾਂ ਜਦੋਂ ਬਿਮਾਰੀ ਸਰੀਰ ਦੇ ਅੰਦਰ ਚਲੀ ਗਈ ਤਾਂ ਉਹ ਬਿਮਾਰੀ ਅਸੀਂ ਕੰਟਰੋਲ ਨਹੀਂ ਕਰ ਸਕਦੇ, ਆਊਟ ਆਫ ਕੰਟਰੋਲ ਹੋ ਜਾਂਦੀ ਹੈ। ਸਰੀਰਕ ਬਿਮਾਰੀ ਨੂੰ ਫਿਰ ਅਸੀਂ ਡਾਕਟਰ ਪਾਸ ਜਾਂਦੇ ਹਾਂ ਜਿਹਨੂੰ ਅਸੀਂ ਕਿਊਰੇਟਿਵ ਹੈਲਥ ਕਹਿੰਦੇ ਹਾਂ, ਕਿਉਂਕਿ ਅਸੀਂ ਮਨ ਤੋਂ ਵਿਚਾਰਾਂ ਨੂੰ ਨਹੀਂ ਰੋਕ ਸਕੇ, ਅੰਤਰਮਨ ਤੋਂ ਨਹੀਂ ਰੋਕ ਸਕੇ। ਔਰ ਦੂਸਰੀ ਗੱਲ ਹੈ ਕਿ ਜਿਹੜੀ ਸਾਡੀ ਸੂਖਸ਼ਮ ਬਾਡੀ ਸੀ ਜਿਹੜੀ ਅੰਦਰ ਤੋਂ, ਉਸ ਨੂੰ ਵੀ ਅਸੀਂ ਨਹੀਂ ਰੋਕ ਸਕੇ। ਤਾਂ ਕਹਿਣ ਦਾ ਭਾਵ ਇਹ ਹੈ ਉਹ ਸਾਡੇ ਸਰੀਰ ਦੀਆਂ ਬਿਮਾਰੀਆਂ ਵਿੱਚ ਆ ਗਈ। ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਮਨ ਤੋਂ ਹੀ ਰੋਕ ਦਿਓ, ਪਹਿਲਾਂ ਹੀ ਰੋਕੋ, ਉਸ ਤੋਂ ਮਗਰੋਂ ਫਿਰ ਅੰਤਰਮਨ ਦੇ ਵਿੱਚ ਜਾਂਦੀ। ਤਾਂ ਇਹ ਸਾਰੀਆਂ ਗੱਲਾਂ ਦੇ ਉੱਤੇ ਅਗਰ ਵੀਰੋ ਧਿਆਨ ਦੇਵੋਗੇ ਤਾਂ ਤੁਸੀਂ ਇੱਕ ਨਿਰੋਗੀ ਕਾਇਆ ਇੰਜੋਏ ਕਰ ਸਕੋਗੇ, ਆਪਣੇ ਜੀਵਨ ਨੂੰ ਅੱਛਾ ਕਰ ਸਕੋਗੇ ਔਰ ਪਰਿਵਾਰ ਨੂੰ ਵੀ ਹੈਲਦੀ ਕਰ ਸਕੋਗੇ ਔਰ ਸਿਹਤ ਨੂੰ ਵੀ ਅੱਛਾ ਕਰ ਸਕੋਗੇ। ਇਹਨਾਂ ਸ਼ੁਭ ਵਿਚਾਰਾਂ ਦੇ ਨਾਲ ਹੀ ਮੈਂ ਵਿਰਾਮ ਦਿੰਦਾ ਹਾਂ। ਫਿਰ ਅਗਲੇ ਟੌਪਿਕ ਦੇ ਵਿੱਚ ਇਹਨਾਂ ਦੇ ਕਨੈਕਸ਼ਨ ਦੇ ਉੱਤੇ ਹੀ ਮੈਂ ਵਿਚਾਰਾਂ ਨੂੰ ਚਾਲੂ ਰੱਖਾਂਗਾ। ਬਹੁਤ ਮਿਹਰਬਾਨੀ ਸੁਣਨ ਵਾਲੇ ਭੈਣੀ ਭਰਾਵਾਂ ਨੂੰ। ਸਤਿ ਸ੍ਰੀ ਅਕਾਲ।